सत श्री अकाल जी, मेरा नाम जियोना। मेरा नाम किरण। फिर मैं पाले बूट मैं पाली चप्पल ते ਅਸੀਂ ਹਾਂ द हैप्पीएस्ट कपल। ਸਹੀ ਹੈ ਨਾ। ਅੱਜ ਚੱਲਿਆ ਜੀ ਜ਼ਰੂਰੀ ਕੰਮ, ਕਿਸੇ ਨਾਲ ਲੜਾਈ ਕਰਨ, ਦੋ ਹੱਥ ਕਰਨ, ਕਿਉਂਕਿ ਸਾਡਾ ਨੁਕਸਾਨ ਕਰ ਦਿੱਤਾ ਗਿਆ ਬਹੁਤ ਵੱਡਾ ਔਰ ਬੈਂਕ ਨੇ ਕੀਤਾ ਸਾਡਾ ਨੁਕਸਾਨ। ਮੇਰਾ ਐਕਚੁਅਲੀ ਜਿਹੜਾ ਕਰੰਟ ਅਕਾਊਂਟ ਹੈ, ਮੇਰਾ ਬਿਜ਼ਨਸ ਦਾ ਜਿਹੜਾ ਅਕਾਊਂਟ ਹੈ, ਮਤਲਬ ਜਿੰਨੀ ਵੀ ਸਾਡੀ ਸਕੂਲ ਦੀ ਜਿਹੜੀ ਸਟੂਡੈਂਟਸ ਦੀ ਫੀਸ ਵਗੈਰਾ ਆਉਂਦੀ ਹੈ ਸਾਡੇ ਕਰੰਟ ਅਕਾਊਂਟ 'ਚ ਆਉਂਦੀ ਹੈ। ਮਿਊਜ਼ਿਕ ਦੀ ਜਿੰਨੀ ਪੇਮੈਂਟਸ ਆਉਂਦੀਆਂ, ਜਿਨ੍ਹਾਂ ਨੂੰ ਮੈਂ ਮਿਊਜ਼ਿਕ ਬਣਾ ਕੇ ਦੇਣਾ, ਉਹ ਵੀ ਕਰੰਟ ਅਕਾਊਂਟ 'ਚ ਆਉਂਦੀਆਂ ਨੇ। ਤੇ ਜਿਉਣਾ ਮਿਊਜ਼ਿਕ ਜਿਹੜਾ ਸਾਡਾ ਦੂਸਰਾ YouTube ਚੈਨਲ ਹੈ, ਉਸ ਤੋਂ ਵੀ ਜੋ YouTube ਤੋਂ ਇਨਕਮ ਆਉਂਦੀ ਹੈ, ਉਹ ਵੀ ਮੇਰੇ ਕਰੰਟ ਅਕਾਊਂਟ 'ਚ ਆਉਂਦੀ ਹੈ। ਲੇਕਿਨ ਤੁਹਾਡੇ ਪਿਆਰ, ਤੁਹਾਡੇ ਸਤਿਕਾਰ, ਕੁਛ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਦਾ ਹੈਪੀਐਸਟ ਕਪਲ ਤੋਂ ਸਾਨੂੰ ਪਹਿਲੀ YouTube ਦੀ ਇਨਕਮ ਬਣੀ ਸੀ, ਆਈ ਸੀ। ਔਰ YouTube ਨੇ ਮਤਲਬ ਗੂਗਲ ਐਡਸੈਂਸ ਹੁੰਦਾ ਜਿਹੜਾ, ਗੂਗਲ ਨੇ ਵੀ ਮੈਸੇਜ ਭੇਜਦਾ ਸੀ, ਈਮੇਲ ਵੀ ਕਰ ਦਿੱਤੀ ਸੀ। ਔਰ ਜਿਹੜਾ ਐਡਸੈਂਸ ਹੁੰਦਾ ਉਹਦੇ ਵਿੱਚ ਵੀ ਆਪਾਂ ਦੇਖ ਲਿਆ ਸੀ ਕਿ ਤੁਹਾਡੀ ਪੇਮੈਂਟ ਡਿਸਪੈਚ ਕਰ ਦਿੱਤੀ ਗਈ, ਆਈ ਮੀਨ ਟ੍ਰਾਂਸਫਰ ਕਰ ਦਿੱਤੀ ਗਈ ਹੈ ਤੁਹਾਡੇ ਬੈਂਕ ਦੇ ਵਿੱਚ। ਆਪਣਾ ਜਿਹੜਾ ਮੇਰਾ ਸੈਂਟਰਲ ਬੈਂਕ ਆਫ ਇੰਡੀਆ ਦੇ ਵਿੱਚ ਮੇਰਾ ਬੈਂਕ ਅਕਾਊਂਟ ਹੈ, ਕਰੰਟ ਅਕਾਊਂਟ ਟ੍ਰਾਂਸਫਰ ਕਰ ਦਿੱਤੀ ਗਈ ਸੀ। ਚਲੋ ਵੇਟ ਕੀਤੀ ਕਿਉਂਕਿ 5 ਦਿਨ ਲੱਗਦੇ ਨੇ ਉਹਨੂੰ ਆਉਂਦੇ ਹੈ ਨਾ। ਪਰ ਉਹ 5 ਦਿਨ ਬੀਤੇ, ਹਫਤਾ ਬੀਤਿਆ, 10 ਦਿਨ ਬੀਤੇ, ਮੈਂ ਕਿਹਾ ਮੇਬੀ ਕੋਈ ਟੈਕਨੀਕਲ ਰੀਜ਼ਨ ਹੋ ਜਾਂਦਾ ਹੈ। 15 ਦਿਨ ਬੀਤ ਗਏ, ਮੈਂ ਬੈਂਕ ਕੋਲ ਗੇੜੇ ਮਾਰਦਾ ਰਿਹਾ ਨਾ ਵੀ ਪੇਮੈਂਟ ਆਈ ਕਿ ਨਹੀਂ ਆਈ। ਚਲੋ ਮੈਂ ਨਹੀਂ ਕਹਿੰਦਾ ਬਹੁਤ ਜ਼ਿਆਦਾ ਸੀ, ਛੋਟੀ ਜਿਹੀ ਇੱਕ ਪਿਆਰੀ ਜੀ ਅਮਾਊਂਟ ਸੀ, ਲੇਕਿਨ ਸਾਨੂੰ ਬਹੁਤ ਖੁਸ਼ੀ ਸੀ, ਸਾਡੀ ਪਹਿਲੀ ਇਨਕਮ ਆ ਰਹੀ ਸੀ ਹੈ ਨਾ। ਉਹ ਬੈਂਕ ਨੇ ਕੀ ਕੀਤਾ, 15-16 ਦਿਨਾਂ ਬਾਅਦ ਨਾ ਮੈਨੂੰ ਗੂਗਲ ਦੀ ਮੇਲ ਆਈ ਕਿ ਵੀ ਜਿਹੜੀ ਤੁਹਾਡੇ ਬੈਂਕ ਨੇ ਨਾ ਉਹ ਰਿਜੈਕਟ ਕਰ ਦਿੱਤੀ ਹੈ ਪੇਮੈਂਟ ਅਸੈਪਟ ਕਰਨ ਤੋਂ। ਤੇ ਉਹਦਾ ਕੋਈ ਰੀਜ਼ਨ ਨਹੀਂ ਦਿੱਤਾ ਵੀ ਕਿਉਂ ਉਹਨਾਂ ਨੇ ਸਾਡੀ ਪੇਮੈਂਟ ਰਿਜੈਕਟ ਕਰ ਦਿੱਤੀ, ਵੀ ਕਿਉਂ ਡਿਕਲਾਈਨ ਹੋ ਗਈ ਸਾਡੀ ਟ੍ਰਾਂਜੈਕਸ਼ਨ। ਤੇ ਗੂਗਲ ਕਹਿੰਦਾ ਅਸੀਂ ਫਿਰ ਵਾਪਸ ਚਲੀ ਗਈ ਉਹ ਪੇਮੈਂਟ। ਹੁਣ ਸੋਚੀ, ਆਪ ਸੋਚੋ ਯਾਰ, ਦੁੱਖ ਕਿੰਨਾ ਲੱਗੂਗਾ ਨਾ। ਸੀ ਬੜੀ ਕੁਝ ਸੋਚਿਆ ਹੋਇਆ ਸੀ ਉਸ ਪੇਮੈਂਟ ਦਾ ਵੀ ਆਪਾਂ ਕੀ ਕਰਨਾ। ਚਲੋ ਇਹ ਛੋਟੀ ਜਿਹੀ ਪੇਮੈਂਟ ਸੀ, ਲੇਕਿਨ ਕੁਝ ਅਸੀਂ ਸੋਚਿਆ ਹੋਇਆ ਸੀ। ਫਸਟ ਪੇਮੈਂਟ ਸਾਡੀ ਦਾ ਹੈਪੀਐਸਟ ਕਪਲ ਤੋਂ ਜਿਹੜੀ ਆ ਰਹੀ ਸੀ ਹੈ ਨਾ, ਇੱਕ ਬੜੀ ਚਾਅ ਤੇ ਖੁਸ਼ੀ ਸੀ ਹੈ ਨਾ ਵੀ ਪਹਿਲੀ ਕਮਾਈ ਹੋਣੀ ਸੀ ਸਾਨੂੰ ਹੈ ਨਾ। ਲੇਕਿਨ ਉਹ ਚਲੀ ਗਈ ਵਾਪਸ। ਹੁਣ ਉਹ ਵਾਪਸ ਸਾਨੂੰ ਮਿਲੇਗੀ ਕਿ ਨਹੀਂ ਮਿਲੇਗੀ, ਸਾਨੂੰ ਇਹਦਾ ਕੁਝ ਵੀ ਨਹੀਂ ਪਤਾ। ਹੁਣ ਮੈਂ ਬੈਂਕ ਜਾ ਕੇ ਲੜਨ ਲੱਗਾ ਵੀ ਤੁਸੀਂ ਹੂ ਆਰ ਯੂ, ਤੁਹਾਡੇ ਕੋਲ ਕੀ ਅਥੋਰਿਟੀ ਹੈ ਡਿਕਲਾਈਨ ਕਰਨ ਦੀ, ਜਦ ਮੇਰੀ ਇੰਟਰਨੈਸ਼ਨਲ ਇੱਕ ਪੇਮੈਂਟ ਆ ਰਹੀ, ਮੇਰੇ ਪਹਿਲਾਂ ਵੀ ਆਉਂਦੀਆਂ ਨੇ, ਜਿਉਣਾ ਮਿਊਜ਼ਿਕ ਦੀਆਂ ਆਉਂਦੀਆਂ ਨੇ। ਫਿਰ ਮੈਂ ਦੇਖਿਆ ਵੀ ਮੈਂ ਐਡਸੈਂਸ ਦੇ ਵਿੱਚ ਕੁਝ ਟੈਕਨੀਕਲੀ ਗੜਬੜ ਤਾਂ ਨਹੀਂ ਕੀਤੀ, ਮੈਂ ਸਾਰਾ ਚੈੱਕ ਕਰ, ਐਵਰੀਥਿੰਗ ਇਜ਼ ਓਕੇ। ਹੁਣ ਚੱਲਦੇ ਹਾਂ ਜੀ ਬੈਂਕ, ਦੇਖਦੇ ਹਾਂ ਉਹਨਾਂ ਦਾ ਕੀ ਜਵਾਬ ਹੈ। ਨਹੀਂ ਤਾਂ ਲੜਨਾ ਪਏਗਾ ਤਾਂ ਲੜਾਂਗੇ ਵੀ। ਚਲਿਏ ਆ ਜਾਓ। ਆ ਗਏ ਜੀ ਬਸ ਸੈਂਟਰਲ ਬੈਂਕ ਆਫ ਇੰਡੀਆ ਦੇ ਜਿਹੜੇ ਬ੍ਰਾਂਚ ਹੈ ਸਾਡੇ ਘਰ ਦੇ ਨਾਲ। ਚਲਿਏ ਫਿਰ ਲੜੀਏ, ਫਿਰ ਲੜੋਗੇ? ਡਾਂਗਾ ਲੈ ਕੇ ਆਏ, ਡਾਂਗਾ ਛੋਟੀਆਂ ਕਰਨਾ ਮੰਨ ਜਾਣਗੇ। ਚਲੋ ਦੇਖਦੇ ਹਾਂ। ਤੁਸੀਂ ਦੇਖਿਆ ਜੀ, ਮੈਂ ਬੈਂਕ ਗਿਆ ਕਿਰਨ ਦੇ ਨਾਲ, ਤੇ ਬੈਂਕ ਦਾ ਮੈਨੇਜਰ ਅਵੇਲੇਬਲ ਨਹੀਂ ਸੀ ਉੱਥੇ, ਕਾਰਨ ਉਹ ਕਹਿੰਦਾ ਮੀਟਿੰਗ ਤੇ ਗਿਆ ਹੋਇਆ। ਉਸ ਮੈਨੇਜਰ ਨੂੰ ਮੈਂ ਪਿਛਲੇ 15 ਦਿਨਾਂ ਤੋਂ ਫੋਲੋ ਅਪ ਲੈ ਰਿਹਾ ਵੀ ਸਰ ਵੀ ਚੈੱਕ ਕਰੋ ਮੇਰੀ ਪੇਮੈਂਟ ਆਣੀ ਹੈ। ਕਈ ਵਾਰ ਕੀ ਹੁੰਦਾ ਵੀ ਜਿਹੜੇ ਸਰਕਾਰੀ ਬੈਂਕ ਹੁੰਦੇ ਨੇ ਨਾ, ਇੰਟਰਨੈਸ਼ਨਲ ਪੇਮੈਂਟ ਆ ਜੇ ਤੇ ਇਹ ਬੋਂਦਲ ਜਾਂਦੇ ਨੇ ਵੀ ਕਿਉਂ ਆਈ ਹੈ ਪੇਮੈਂਟ ਹੈ ਨਾ। ਉਹ ਖਾਸ ਕਰਕੇ ਗੂਗਲ ਤੋਂ, ਉਹ ਜਦੋਂ ਪੇਮੈਂਟ ਆਈ ਹੈ, ਇਹਨਾਂ ਦਾ ਮਤਲਬ ਬਣਦਾ ਸੀ ਮੈਨੂੰ ਵੈਰੀਫਾਈ ਕਰਨ, ਮੈਨੂੰ ਕਾਲ ਕਰਨ, ਮੈਂ ਇਹਨਾਂ ਦਾ ਕਸਟਮਰ ਆ। ਔਰ ਦੂਸਰੇ ਨੰਬਰ ਦੇ ਉੱਪਰ ਨਵਾਂ ਮੁੰਡਾ ਸੀ, ਅੱਜ ਪਹਿਲੀ ਵਾਰੀ ਦੇਖਿਆ ਉਹਨੂੰ, ਉਹਦੇ ਨਾਲ ਗੱਲ ਕੀਤੀ, ਉਹਦੇ ਨਾਲ ਤਾਂ ਫਿਰ ਲੜਨ ਦਾ ਮੇਰਾ ਕੋਈ ਮਤਲਬ ਹੀ ਨਹੀਂ ਬਣਦਾ ਸੀ। ਉਹ ਕਹਿੰਦਾ ਸਰ ਵੀ ਤੁਸੀਂ ਮੈਨੂੰ ਉਹ ਜਿਹੜੀਆਂ ਗੂਗਲ ਵੱਲੋਂ ਮੇਲ ਆਈ ਹੈ ਉਹ ਭੇਜੋ, ਤੇ ਜਿਹੜੀ ਉਹਨਾਂ ਨੇ ਪੈਸੇ ਭੇਜ ਦਿੱਤੇ ਆ ਤੁਹਾਨੂੰ, ਉਹਦੀ ਮੈਨੂੰ ਉਹ ਭੇਜ ਦਿਓ, ਡਿਟੇਲ ਭੇਜ। ਮੈਂ ਦੋਨੋਂ ਚੀਜ਼ਾਂ ਦੇ ਦਿੱਤੀਆਂ ਉਹਨੂੰ, ਤੇ ਹੁਣ ਕਹਿੰਦਾ ਮੈਂ ਫੋਲੋ ਅਪ ਲਊਂਗਾ। ਮੈਂ ਫੋਲੋ ਅਪ ਦਾ ਕੋਈ ਫਾਇਦਾ ਨਹੀਂ, ਮੇਰਾ ਬੈਂਕ ਰਿਜੈਕਟ ਕਰ ਦਿੱਤਾ ਗੂਗਲ ਨੇ ਵੀ ਇਸ ਬੈਂਕ 'ਚ ਅਸੀਂ ਕਦੇ ਪੇਮੈਂਟ ਪਾਣੀ ਹੋਈ ਨਹੀਂ। ਹੁਣ ਪੇਮੈਂਟ ਵਾਪਸ ਚਲੀ ਗਈ ਹੈ, ਉਹਦਾ ਮੈਨੂੰ ਦੱਸੋ ਕੌਣ ਹਿੱਲਾ ਕਰੂਗਾ ਉਸ ਚੀਜ਼ ਦਾ। ਕਹਿੰਦੇ ਉਹਦੇ ਲਈ ਆਪਾਂ ਕਰਦੇ ਹਾਂ ਕੁਛ ਨਾ ਕੁਛ, ਜੋ ਵੀ ਹੋਏਗਾ ਤੁਹਾਨੂੰ ਮੈਂ ਅਪਡੇਟਡ ਰੱਖੂੰਗਾ ਵੀ ਕੀ ਬਣਿਆ ਮੇਰੇ ਇਸ ਪੇਮੈਂਟ ਦਾ। ਭਾਵੇਂ ਗੱਲ 10 ਰੁਪਏ ਦੀ ਹੈ, ਪਰ ਰੂਲਸ ਦੀ ਅਕੋਰਡਿੰਗ ਆ, ਬੜੇ ਜਣਿਆਂ ਨਾਲ ਇੱਦਾਂ ਹੋ ਸਕਦਾ। ਸੋ ਇਸ ਚੀਜ਼ ਨਾਲ ਮੈਂ ਪੂਰਾ ਫਾਈਟ ਕਰਾਂਗਾ ਔਰ ਐਂਡ ਤੱਕ ਜਾਊਂਗਾ ਵੀ ਮੇਰੀ ਪੇਮੈਂਟ ਇਹਨਾਂ ਡਿਕਲਾਈਨ ਕਿਉਂ ਕੀਤੀ, ਰੂਲ ਇਜ਼ ਰੂਲ। ਤੇ ਫਿਰ ਵਾਪਸ ਆ ਕੇ ਕੋਈ ਬੱਥਾ ਮਾਰਨ ਦਾ ਤਾਂ ਕੋਈ ਫਾਇਦਾ ਨਹੀਂ। ਉਹਨਾਂ ਨੇ ਇੱਕ ਮੈਨੂੰ ਮੈਨੇਜਰ ਦਾ ਨੰਬਰ ਦਿੱਤਾ ਹੈ, 17 ਸੈਕਟਰ ਦੇ ਵਿੱਚ ਬ੍ਰਾਂਚ ਹੈ ਜਿਹੜੀ ਫੋਰੈਕਸ ਡੀਲ ਕਰਦੀ ਹੈ। ਮੈਂ ਹੁਣ ਉਹਨੂੰ ਕਾਲ ਕਰਨ ਲੱਗਾ, ਦੇਖਦੇ ਹਾਂ ਉਹ ਕੀ ਕਹਿੰਦਾ। ਅੱਜ ਨਾ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਹੈ ਮੈਂ, ਬੜੀ ਇੰਪੋਰਟੈਂਟ। ਤੇ ਸ਼ਾਮ ਤੱਕ, ਮਤਲਬ ਸ਼ਾਮ ਤੱਕ ਕਹਿ ਰਿਹਾ, ਪੂਰੇ ਐਂਡ ਤੱਕ ਬਣੇ ਰਹੋ, ਤੁਹਾਨੂੰ ਇੱਕ ਕਹਾਣੀ ਸੁਣਾਉਣੀ ਹੈ, ਬੜੀ ਸੋਹਣੀ ਕਹਾਣੀ ਹੈ, ਇਮੋਸ਼ਨਲ। ਜ਼ਰੂਰ ਸੁਣਿਓ, ਸੁਣਾਵਾਂਗਾ। ਕਿਰਨ ਕੀ ਕਰ ਰਹੇ ਹੋ? ਸਾਡੇ ਸਬਸਕ੍ਰਾਈਬਰ ਵੀਰ ਜਿੰਨੇ ਭੈਣਾਂ ਹੈਗੀਆਂ ਸਾਰੇ ਕਹਿਣਗੇ ਕਿਰਨ ਰੋਟੀ ਹੋ ਲਾਂਦੀ ਰਹਿੰਦੀ ਹੈ। ਰੋਟੀ ਲਾਣੀ ਨਹੀਂ ਹੈ, ਖਾਣੀ ਹੈ।
ਕਹਿੰਦੇ ਹੋ ਕੁਝ ਹੋਰ ਵੀ ਦਿਖਾ ਦਿਓ, ਰੋਟੀ ਦਿਖਾਈ ਜਾਂਦੇ ਹੋ। ਰੋਟੀ ਤਾਂ ਆਪਾਂ ਸਗੋਂ ਦਿਖਾਉਂਦੇ ਨਹੀਂ, ਰੋਟੀ ਵਿਖਾਉਂਦੇ ਉਦੋਂ ਜਦੋਂ ਕੋਈ ਆਇਆ ਗਿਆ ਹੁੰਦਾ ਸਾਡੇ ਕੋਲ। ਸਹੀ ਹੈ। ਕਿੰਨੇ ਦਿਨ ਹੋ ਗਏ ਆਪਾਂ ਰੋਟੀ। ਇਹ ਕਿਹੜੀ ਰੋਟੀ ਹੈ? ਇਹ ਬਾਜਰੇ ਦੀ। ਬਾਜਰੇ ਦੀ ਰੋਟੀ, ਬਾਜਰੇ ਦਾ ਸਿੱਟਾ। ਵੈਰੀ ਗੁੱਡ। ਨਾਲ ਵਿੱਚ ਕੀ ਪਾਇਆ ਤੇ? ਨਾਲ ਮੈਂ ਉਹ ਪਾਈ ਆ ਪਾਲਕ, ਧਨੀਆ, ਮੂਲੀ। ਪਾਲਕ, ਧਨੀਆ, ਮੂਲੀ ਤੇ ਨਾਲ ਜੋ ਕਿ ਸਾਡਾ ਫੇਵਰਟ ਹੈ। ਪਾਉਂਦੇ ਹੀ ਪਾਉਂਦੇ ਆ ਅਸੀਂ। ਤੇ ਸਬਜ਼ੀ ਕਾਦੀ ਹੈ? ਸਬਜ਼ੀ ਅੱਜ ਮੈਂ ਕੋਈ ਖਾਸ ਨਹੀਂ ਬਣਾਈ, ਦਾਲ ਬਣਾਈ। ਤੇ ਖਾਸ ਦਾਲ ਵਧੀਆ, ਤੇ ਹੋਰ ਕੀ ਚਾਹੀਦਾ? ਮੂੰਗੀ ਮਸਰਾਂ ਦੀ ਦਾਲ। ਬੈਸਟ, ਮੇਰੀ ਫੇਵਰਿਟ ਵੀ ਹੈ ਨਾਲ। ਚਲੋ ਆ ਜਾਓ, ਮੂਵੀ ਦੇਖਦੇ ਆ। ਫਿਰ ਸ਼ਾਮ ਨੂੰ ਮੈਂ ਕਹਾਣੀ ਸੁਣਾਣੀ ਹੈ ਇੱਕ ਬੜੀ ਸੋਹਣੀ। ਸੈਲਡ ਖਾ ਲਿਆ ਸੀ? ਸੈਲਡ ਖਾ ਲਿਆ ਮੈਂ। ਤੇ ਸ਼ਾਮ ਨੂੰ ਇੱਕ ਕਹਾਣੀ ਸੁਣਾਣੀ ਹੈ ਤੇ ਫਿਰ ਆਪਾਂ ਸੁਣਾਵਾਂਗੇ। ਕਿਹੜੀ ਕਹਾਣੀ ਪਤਾ? ਕੱਤੀ ਦਾ ਵਰਤ ਵਾਲੀ। ਹੈ ਵਰਤ ਕੱਤੀ ਵਾਲਾ। ਮੈਨੂੰ ਨਹੀਂ ਪਤਾ ਇਹ। ਭੁੱਲ ਗਏ ਤੁਸੀਂ ਵੀ? ਵਰਤ 31 ਤਰੀਕ ਦਾ ਵਰਤ। ਮੈਨੂੰ ਮੈਂ ਤੁਹਾਨੂੰ ਯਾਦ ਹੈ, ਤੁਹਾਨੂੰ ਨਾਮ ਨਹੀਂ ਯਾਦ ਸਟੋਰੀ ਦਾ, ਭੁੱਲ ਗਿਆ। ਬਹੁਤ ਸੋਹਣੀ ਸਟੋਰੀ ਹੈ 31 ਦਾ ਵਰਤ। ਇਹ ਮੈਨੂੰ ਮੇਰੇ ਮੰਮੀ ਨੇ ਸੁਣਾਈ ਸੀ ਔਰ ਬੜੀ ਇਮੋਸ਼ਨਲ ਜਿਹਾ ਹੋ ਗਿਆ ਸੀ ਮੈਂ ਵੀ ਉਸ ਟਾਈਮ, ਜਿਸ ਟਾਈਮ ਮੈਂ ਸੁਣੀ ਸੀ। ਤੇ ਔਰ 2-2.5 ਸਾਲ ਪਹਿਲਾਂ ਨਾ ਮੈਂ ਇਸ ਦੇ ਉੱਪਰ ਇੱਕ ਸ਼ਾਰਟ ਜੀ ਫਿਲਮ ਵੀ ਬਣਾਈ ਸੀ। ਸ਼ਾਰਟ ਯਾਦ ਹੈ ਤੁਹਾਨੂੰ? ਯਾਦ ਵੀ ਨਹੀਂ ਯਾਰ, ਇੰਨੀ ਭੁਲੱਕੜੋ ਯਾਰ ਤੁਸੀਂ ਯਾਰ, ਸੱਚੀ ਨਹੀਂ ਯਾਦ? ਮੈਂ ਦਿਵਿਆ ਨੂੰ ਲੀਡ ਮੰਮੀ ਦੇ ਰੋਲ ਤੇ ਲਿੱਤਾ ਸੀ, ਲੀਡ ਤੇ। ਸਟੋਰੀ ਨਹੀਂ ਯਾਦ, ਇਹ ਤਾਂ ਯਾਦ। ਮੈਂ ਸ਼ਾਰਟ ਫਿਲਮ ਲੈ ਕੇ ਆਇਆ ਸੀ। ਮੇਰੀ ਫਰੈਂਡ ਹੈਗੀ ਦਿਵਿਆ, ਉਹਨੂੰ ਮਾਂ ਦਾ ਰੋਲ ਦਿੱਤਾ ਸੀ। ਹੋਰ ਵੀ 3-4 ਕਰੈਕਟਰ ਸੀ ਵਿੱਚ। ਉਹ ਛੋਟੀ ਸ਼ਾਰਟ ਫਿਲਮ ਬਣਾਈ ਸੀ, ਲੇਕਿਨ ਐਕਟਿੰਗ ਸਾਰੇ ਅਸੀਂ ਐਵੇਂ ਹੀ ਜਾਣਦੇ ਸੀ, ਤਾਂ ਜਚੀ ਨਹੀਂ ਸਾਨੂੰ, ਇਸ ਕਰਕੇ ਅਸੀਂ ਰਿਲੀਜ਼ ਨਹੀਂ ਕੀਤੀ। ਉਹ ਛੋਟੀ ਜਿਹੀ ਸੀ, ਮਤਲਬ ਹਾਰਡਲੀ 10-15 ਮਿੰਟ ਦੀ ਸੀ। ਪਰ ਮੈਂ ਚਾਹਨਾ ਤੁਹਾਨੂੰ ਮੈਂ ਕਹਾਣੀ ਸੁਣਾਵਾਂ, ਉਹ ਮੇਰੀ ਮੰਮੀ ਨੇ ਸੁਣਾਈ ਸੀ, ਬਹੁਤ ਜ਼ਿਆਦਾ ਸੋਹਣੀ। ਸੋ ਵੇਟ ਕਰੋ, ਰੋਟੀ ਖਾ ਕੇ ਸ਼ਾਮ ਨੂੰ ਤੁਹਾਨੂੰ ਸੁਣਾਉਣਾ, ਠੀਕ ਹੈ? ਹੁਣ ਮੂਵੀ ਦੇਖ ਲਈ, ਲਗਾ ਲੈਣਾ। ਖੁਦਾ ਹਾਫਿਜ਼ ਮੂਵੀ ਵੇਖਣੀ ਹੈ ਇਹਨੇ, ਕਿਰਨ ਨੇ। ਚਲੋ ਹੁਣ ਪਹਿਲਾਂ ਰੋਟੀ ਖਾਈਏ, ਫਿਰ ਵੇਟ ਕਰੋ। ਬਹੁਤ ਸੋਹਣੀ ਸਟੋਰੀ ਹੈ, ਬਹੁਤ ਸੋਹਣੀ, ਤੁਹਾਨੂੰ ਬਹੁਤ ਪਸੰਦ ਆਏਗੀ। ਇਹ ਇੱਕ ਜ਼ਰੂਰੀ ਇਨਫੋਰਮੇਸ਼ਨ ਜਿਹੜੀ ਮੈਂ ਤੁਹਾਨੂੰ ਦੇਣੀ ਸੀ ਅੱਜ, ਉਹ ਇਹ ਸੀ ਕਿ ਬੈਂਕ ਵਾਲਿਆਂ ਨੇ ਮੇਰੇ ਨਾਲ ਫਰੋਡ ਕੀਤਾ, ਬਹੁਤ ਜ਼ਿਆਦਾ ਵੱਡਾ। ਪੈਸਾ ਮੇਰਾ ਆ ਕੇ ਵਾਪਸ ਚਲਾ ਗਿਆ। ਬੜਾ ਦੁੱਖ ਲੱਗ ਰਿਹਾ। YouTube ਦੀ ਸਾਡੀ ਪਹਿਲੀ ਕਮਾਈ, ਮਿਹਨਤ ਨਾਲ ਜਿਹੜੇ 5-6 ਮਹੀਨਿਆਂ ਬਾਅਦ ਅੱਜ ਪਹਿਲੀ ਕਮਾਈ ਆਣੀ ਸੀ, ਤੇ ਅੱਜ ਉਹ ਬੈਂਕ ਦੀ ਬੇਵਕੂਫੀ ਨਾਲ ਵਾਪਸ ਚਲੀ ਗਈ ਹੈ। ਮੇਰੇ ਕੋਲ ਪ੍ਰੂਫ ਹੈਗਾ ਸਾਰਾ, ਔਰ ਮੈਂ ਹਾਲੇ ਇਹਨੂੰ ਛੱਡਣਾ ਨਹੀਂ ਇਸ ਚੀਜ਼ ਨੂੰ। ਇਹ ਇਨਫੋਰਮੇਸ਼ਨ ਦੇਣੀ ਸੀ ਕਿ ਬੈਂਕ ਵਾਲਿਆਂ ਦੇ ਫਰੋਡ ਕਰਕੇ ਬਹੁਤ ਕੁਝ ਕਰਦੇ ਨੇ। ਮੂਰਖ ਜਿਹਾ ਬੈਠਾ ਹੋਣਾ, ਕੋਈ ਡਿਕਲਾਈਨ ਕਰਤਾ ਉਹਨਾਂ ਨੇ, ਪਤਾ ਨਹੀਂ ਕੀ ਕੀਤਾ ਕੀ ਨਹੀਂ, ਆਈ ਡੋਂਟ ਨੋ, ਦੱਸੂਗਾ। ਉਸ ਤੋਂ ਬਾਅਦ ਇੱਕ ਤੁਹਾਨੂੰ ਕਹਾਣੀ ਸੁਣਾਣੀ ਸੀ ਇੰਪੋਰਟੈਂਟ। ਜਿਹੜਾ ਬੰਦਾ ਸਾਧ ਬੰਦਾ ਹੁੰਦਾ ਨਾ, ਹਾਂ, ਜਿਹੜਾ ਉਸ ਪਰਮਾਤਮਾ ਇੱਕ ਨੂੰ ਤੇ ਹੁੰਦਾ, ਉਹਦੇ ਰਸਤੇ 'ਚ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ। ਇਹ ਗੱਲ ਸਹੀ ਹੈ, ਮੁਸ਼ਕਲਾਂ ਤਾਂ ਆਉਂਦੀਆਂ ਨੇ ਬਹੁਤ। ਮਤਲਬ ਸਾਡੀ ਲਾਈਫ ਦੇ ਵਿੱਚ ਅਸੀਂ ਕੋਈ ਵੀ ਕੰਮ ਕਰਦੇ ਆ ਜਾਂ ਕੁਝ ਵੀ ਹੈ ਨਾ, ਬਹੁਤ ਮੁਸ਼ਕਲਾਂ ਆਉਂਦੀਆਂ, ਪਰ ਆਪਾਂ ਕਦੇ ਹਾਰ ਨਹੀਂ ਮੰਨਦੇ ਹੈਗੇ, ਡੋਲਦੇ ਨਹੀਂ ਆ। ਔਰ ਪਰਮਾਤਮਾ ਨੇ ਸਾਡਾ ਹਰ ਕੰਮ ਸਿਰੇ ਚੜਾਇਆ ਹੀ ਚੜਾਇਆ। ਪਰਮਾਤਮਾ ਬੜੀਆਂ ਪ੍ਰੀਖਿਆ ਲੈਂਦਾ ਵਾ, ਪਰ ਅਸੀਂ ਕਦੇ ਡੋਲਦੇ ਨਹੀਂ ਆ, ਖੁਸ਼ ਰਹਿੰਦੇ ਆ। ਥੋੜਾ ਟਾਈਮ ਪ੍ਰੀਖਿਆ ਲੈਂਦਾ, ਬਾਅਦ ਸਾਰੇ ਕੰਮ ਸਹੀ ਕਰ ਦਿੰਦਾ ਵਾ। ਹਾਂ, ਸਹੀ ਗੱਲ ਹੈ। ਸਾਰੇ ਕੰਮ ਸਹੀ ਕਰ, ਜਿਵੇਂ ਹੁਣ ਸਾਡੀ ਕਿੰਨੇ ਮਤਲਬ ਪੇਮੈਂਟ ਅੜ ਗਈ ਆ ਜਾਂ ਕੋਈ ਹੋਰ ਬੜਾ ਕੁਝ ਹੁੰਦਾ ਸਾਡੀ ਲਾਈਫ ਦੇ ਵਿੱਚ, ਪਰ ਅਸੀਂ ਡੋਲਦੇ ਨਹੀਂ ਆ। ਪਰਮਾਤਮਾ ਕਹਿੰਦੇ ਨਾ ਕਿ ਜਿਹੜਾ ਉਸ ਪਰਮਾਤਮਾ ਨੂੰ ਨਾਮ ਤੇ ਹੁੰਦਾ ਵਾ, ਤੇ ਉਹਦੇ ਰਸਤੇ 'ਚ ਬਹੁਤ ਅੜਚਣਾਂ ਆਉਂਦੀਆਂ ਨੇ। ਸੱਚੇ ਮਾਰਗ ਤੇ ਜਦੋਂ ਆਪਾਂ ਇੱਕ ਦੇ ਹੋ ਕੇ ਚੱਲੀਏ ਨਾ, ਕਹਿੰਦੇ ਗੁਰੂ ਮਹਾਰਾਜ ਵੀ ਕਹਿੰਦੇ ਨੇ ਖਸਮ ਇੱਕ ਬਣਾਉਣਾ ਚਾਹੀਦਾ, ਤੇ ਸਾਡਾ ਖਸਮ ਉਹ ਹੈ ਉੱਪਰ ਵਾਲਾ, ਹੈ ਨਾ। ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕਿਸੇ ਹੋਰ ਦੇ ਅੱਗੇ ਨਹੀਂ ਝੁਕਦੇ, ਕਿਉਂਕਿ ਬਾਣੀ 'ਚ ਦਰਜ ਹੈ, ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਕਮ ਹੈ, ਇਹ ਕੋਈ ਕਿਸੇ ਨੇ ਸਾਨੂੰ ਉਹ ਨਹੀਂ ਕੀਤਾ, ਰਿਕੁਐਸਟ ਨਹੀਂ ਕੀਤੀ, ਹੁਕਮ ਮਿਲਿਆ। ਜਦੋਂ ਹੁਕਮ ਮਿਲ ਗਿਆ ਨਾ, ਫਿਰ ਆਪਾਂ ਉਹਦੇ ਹੀ ਆ ਬਸ। ਤੇ ਬਾਕੀ ਆਪਾਂ ਕੋਈ ਏਡੇ ਉਹ ਨਹੀਂ ਆ, ਹਾਂ, ਅਸੀਂ ਵੀ ਪਾਪੀ ਆ ਵੈਸੇ ਉਦਾਂ। ਪਾਪੀ ਤਾਂ ਯਾਰ ਹੈਗੇ ਆ, ਕਿਉਂਕਿ ਨਿੱਕੀ ਗੱਲ ਤੋਂ ਕਈ ਵਾਰ ਝੂਠ ਬੋਲਿਆ ਜਾਂਦਾ ਸਾਡੇ ਤੋਂ, ਆਪਾਂ ਕਿਸੇ ਦੀ ਗੱਲਾਂ ਕਰਨ ਬੈਠ ਜਾਂਦੇ ਤਾਂ ਕਿਸੇ ਦੀ ਨਿੰਦਿਆ ਵੀ ਹੋ ਜਾਂਦੀ ਹੈ। ਕੋਸ਼ਿਸ਼ ਕਰਦੇ ਆ ਆਪਣੀ ਲਾਈਫ ਸਹੀ ਦੇ ਰਸਤੇ ਵਿੱਚ ਥੋੜਾ ਜਿਹਾ ਆਪਣੇ ਹਨਾ ਉਸ ਰਸਤੇ ਤੇ ਜਾਣ ਦੀ, ਪ੍ਰਮਾਤਮਾ ਦੇ ਨਾਮ ਤੇ, ਹਨਾ, ਜਿਵੇਂ ਵੀ ਹੈ। ਘੁਮਿਆਰ ਜਦੋਂ ਆਪਣਾ ਘੜਾ ਬਣਾਉਂਦਾ ਹੈ, ਕੱਚੀ ਮਿੱਟੀ ਦਾ ਘੜਾ ਹੁੰਦਾ ਹੈ, ਉਹਨੂੰ ਭੱਠੀ ਦੇ ਵਿੱਚ ਪਾ ਦਿੰਦਾ, ਭੱਠੀ ਅੱਗ ਦੀ ਗਰਮ ਭੱਠੀ ਦੇ ਵਿੱਚ ਪਾਉਂਦਾ, ਤੇ ਉਹ ਫਿਰ ਜਦੋਂ ਪੱਕ ਜਾਂਦਾ ਹੈ ਘੜਾ ਚੰਗੀ ਤਰ੍ਹਾਂ, ਫਿਰ ਉਹਦੇ ਵਿੱਚ ਕੋਈ ਸਮਾਨ ਪਾਉਂਦਾ, ਉਹ ਹੈ ਨਾ, ਤੈਨੂੰ ਖੜਕਾ ਕੇ ਦੇਖਦਾ ਚੰਗੀ ਤਰ੍ਹਾਂ ਵੀ ਹੁਣ ਪੱਕ ਗਿਆ ਕਿ ਨਹੀਂ ਪੱਕ ਗਿਆ। ਉੱਦਾਂ ਹੀ ਉੱਪਰ ਵਾਲਾ ਜਦੋਂ ਸਾਨੂੰ ਉਹਨੇ ਕੋਈ ਦਾਤ ਬਖਸ਼ਣੀ ਹੁੰਦੀ ਹੈ, ਕੋਈ ਕਿਰਪਾ ਕਰਨੀ ਹੁੰਦੀ ਹੈ, ਤਾਂ ਸਭ ਤੋਂ ਪਹਿਲਾਂ ਸਾਨੂੰ ਮੁਸੀਬਤਾਂ ਦਿੰਦਾ ਹੈ, ਮਤਲਬ ਸਾਡੀ ਪ੍ਰੀਖਿਆ ਲੈਂਦਾ, ਮਤਲਬ ਆਪਾਂ ਨੂੰ ਵੀ ਉਹ ਭੱਠੀ ਵਿੱਚ ਪਾਉਂਦਾ ਅੱਗ ਦੀ, ਉਹ ਅੱਗ ਦੀ ਭੱਠੀ ਆਪਾਂ ਨੂੰ ਉਹ ਮੁਸੀਬਤਾਂ ਵਿੱਚ ਦੇ ਦਿੰਦਾ ਹੈ ਨਾ।
ਵੀ ਇਹ ਲਾਇਕ ਵੀ ਹੈਗੇ ਨੇ ਜੋ ਮੈਂ ਇਹਨਾਂ ਨੂੰ ਦਾਤ ਬਖਸ਼ਣੇ ਉਸਦੇ ਕਿ ਡੋਲ ਜਾਂਦੇ ਨੇ ਵੀ ਮੈਂ ਥੋੜੀ ਜਿਹੀ ਕਸੋਟੀ ਦਿੱਤੀ ਤੇ ਇੱਧਰ ਉੱਧਰ ਵੜ ਗਏ ਹਨਾ। ਤੇ ਉਹ ਜਦੋਂ ਦਾਤ ਦਿੰਦਾ ਹੈ ਤੇ ਜਦੋਂ ਆਪਾਂ ਡੋਲਦੇ ਨਹੀਂ ਆ ਨਾ ਉਹਦੇ ਹੀ ਹੋ ਕੇ ਰਹਿੰਦੇ ਆਪਾਂ। ਭਾਵੇਂ ਮਾੜਾ ਟਾਈਮ ਆ ਜੇ ਹਰ ਜਿਵੇਂ ਦਾ ਮਰਜ਼ੀ ਟਾਈਮ ਡੋਲਣਾ ਨਹੀਂ ਉਹਦੇ ਆ ਯਾਰ, ਉਹ ਆਪੀ ਸੋਚੇਗਾ ਸਾਡੇ ਬਾਰੇ। ਮੈਂ ਨਾ ਕਲਾਸਾਂ ਆਪਣੀਆਂ ਲਾ ਲੀਆਂ ਸੀ, ਵਿਹਲਾ ਹੋ ਗਿਆ ਸੀ, ਟਾਈਮ ਨਾਲ ਫਿਲਮ ਵੀ ਦੇਖ ਲਈ ਸੀ। ਭਾਂਡਿਆਂ ਦੀ ਆਵਾਜ਼ ਪੂਰੀ ਆ ਰਹੀ ਹੋਣੀ ਕਿਉਂਕਿ ਮੁਟਿਆਰ ਅੱਜ ਫਿਰ ਭਾਂਡੇ ਮਾਂਜ ਰਹੀ ਹੈ। ਔਰ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਸਟੋਰੀ ਸੁਣਾਉਣੀ ਹੈ। ਕੀ ਬਣਾਇਆ ਯਾਰ, ਬਣਾਇਆ ਨਹੀਂ ਹਲੇ। ਕਿਰਨ ਕੁਝ ਬਣਾ ਰਹੀ ਹੈ, ਕਹਿੰਦੀ ਰੁੱਕ ਜੋਲੇ ਦਿਖਾਇਓ ਨਾ, ਪਹਿਲਾਂ ਕੰਪਲੀਟ ਬਣਾ ਲਾ। ਤੇ ਮੈਂ ਤੁਹਾਨੂੰ ਇੱਕ ਸਟੋਰੀ ਸੁਣਾਉਣੀ, ਬਹੁਤ ਸੋਹਣੀ ਤੇ ਬਹੁਤ ਇਮੋਸ਼ਨਲ ਸਟੋਰੀ ਹੈ। ਕਿਰਨ ਕੁਝ ਬਣਾ ਰਹੇ ਨੇ, ਉਹ ਬਣ ਜੇ, ਨਾਲ ਖਾਂਦੇ ਖਾਂਦੇ ਤੁਹਾਨੂੰ ਸਟੋਰੀ ਸੁਣਾਵਾਂਗਾ। ਦਿਲ ਦੇ ਕਰੀਬ ਹੈ ਸਟੋਰੀ ਕਿਉਂਕਿ ਮੇਰੀ ਮੰਮੀ ਨੇ ਮੈਨੂੰ ਸੁਣਾਈ ਸੀ ਔਰ ਬਹੁਤ ਜ਼ਿਆਦਾ ਅੱਛੀ ਸਟੋਰੀ ਹੈ। ਆਂਦੇ ਲਈ ਕਿਰਨ ਬੈਠਦੇ ਨੇ ਸੋਫੇ ਤੇ, ਫਿਰ ਤੁਹਾਨੂੰ ਸੁਣਾਉਂਦਾ। ਕਿਰਨ ਛੋਟੇ ਜਿਹੇ, ਛੋਟਾ ਬਾਬੂ, ਮੈਂ ਵੱਡਾ, ਮੈਨੂੰ ਵੱਡਾ ਬਾਬੂ। ਆ ਕਿਰਨ ਨੇ ਬਣਾਇਆ, ਕੀ ਹੈ ਇਹ, ਨਾਮ ਕੀ ਹੈ, ਚਨਾ ਚਾਟ। ਚਨਾ ਚਾਟ ਬਹੁਤ ਸ਼ਕਲ ਤਾਂ ਬੜੀ ਸੋਹਣੀ ਲੱਗ ਰਹੀ ਹੈ, ਤੁਸੀਂ ਵੀ ਖਾ ਲਓ। ਆ ਦੇਖੋ ਕਿੰਨੀ ਸੋਹਣੀ ਸ਼ਕਲ ਹੈ। ਚਨਾ ਚਾਟ ਵਿੱਚ ਕੀ ਪਾਇਆ, ਪਨੀਰ ਹੈ, ਖੀਰਾ ਹੈ, टमाटर है, अनार भी है, बनाना भी है, आलू भी है छोटा जिहा, आलू भी है, बनाना भी है, नहीं बनाना नहीं है ना, पनीर है। अच्छा पनीर है, आलू, ठीक है, बहुत सोहना। आ देखो लुक देखो जी, बहुत कमाल, टेस्ट देखा। बहुत यार ये पाया गया और मसाला पाया गया, की पाया नॉर्मल यार, टेस्ट ही बड़ा अच्छा आ रहा था। ਬਹੁਤ ਅੱਛਾ, ਬਹੁਤ ਅੱਛਾ। ਹੁਣ ਵੇਲਾ ਆ ਗਿਆ ਜਿਹੜੀ ਮੈਂ ਤੁਹਾਨੂੰ ਸਟੋਰੀ ਸੁਣਾਉਣੀ ਸੀ। ਮੈਂ ਤੁਹਾਨੂੰ ਵਾਰ-ਵਾਰ ਸਵੇਰ ਦਾ ਦੱਸ ਰਿਹਾ, ਤੰਗ ਕਰ ਰਿਹਾ ਕਿ ਇੱਕ ਸਟੋਰੀ ਸੁਣਾਉਣੀ ਹੈ ਔਰ ਮੰਮੀ ਨੇ ਮੇਰੇ ਸੁਣਾਈ ਸੀ। ਤੁਸੀਂ ਵੀ ਸੁਣਿਆ, ਜੇ ਤੁਹਾਨੂੰ ਭੁੱਲ ਗਏ ਵੈਸੇ ਤੁਹਾਨੂੰ ਯਾਦ ਆ ਜੂਗੀ। ਇੱਕ ਵਾਰ ਦੀ ਗੱਲ ਹੈ ਜੀ, ਇੱਕ ਮੁੰਡਾ ਸੀ, ਉਹ ਇੱਕ ਸੜਕ ਤੋਂ ਲੰਘਿਆ ਜਾ ਰਿਹਾ ਸੀ, ਮਤਲਬ ਗਲੀ ਜੀ ਚੋਂ ਲੰਘਿਆ ਜਾ ਰਿਹਾ ਸੀ, ਖੁੱਲੀ ਜਿਹੀ ਸੜਕ ਸੀ। ਉਹ ਦੇਖਦਾ ਇੱਕ ਬਜ਼ੁਰਗ ਮਾਤਾ ਇੱਕ ਘਰ ਦੇ ਬਾਹਰ ਬੈਠੀ ਹੈ। ਦੋ ਬਹੁਤ ਵੱਡੀ ਵੱਡੀ ਕੋਠੀਆਂ ਨੇ, ਇੱਕੋ ਜਿਹੀਆਂ ਕੋਠੀਆਂ ਨੇ। ਉਹ ਕੋਠੀਆਂ ਦੇ ਬਿਲਕੁਲ ਸੈਂਟਰ ਦੇ ਵਿੱਚ ਉਹ ਥੜਾ ਜਿਹਾ ਬਣਿਆ ਹੋਇਆ, ਉੱਥੇ ਇੱਕ ਮਾਤਾ ਬੈਠੀ ਹੈ। ਉਹ ਮਾਤਾ ਦੇ ਨਾਲ ਇੱਕ ਪੰਡ ਹੈ, ਛੋਟੀ ਜਿਹੀ ਪੰਡ, ਪੋਟਲੀ ਕਹਿ ਸਕਦੇ ਕੱਪੜਿਆਂ ਦੀ। ਉਹ ਲੰਘਿਆ ਗਿਆ ਤੇ ਮਾਤਾ ਸਵੈਟਰ ਬੁਣ ਰਹੀ ਹੁੰਦੀ ਹੈ। ਮੁੰਡਾ ਫਤਿਹ ਬੁਲਾਉਂਦਾ ਮਾਤਾ ਨੂੰ, ਮਾਤਾ ਸਤਿ ਸ਼੍ਰੀ ਅਕਾਲ। ਮਾਤਾ ਜਵਾਬ ਦਿੰਦੀ ਹੈ ਸਤਿ ਸ਼੍ਰੀ ਅਕਾਲ, ਤੇ ਮੁੰਡਾ ਲੰਘ ਜਾਂਦਾ। ਬਜ਼ੁਰਗਾਂ ਨੂੰ ਕਈ ਵਾਰ ਆਪਣੀ ਆਦਤ ਹੁੰਦੀ ਹੈ ਨਾ ਫਤਿਹ ਬੁਲਾਉਣ ਦੀ। ਤੇ ਮੈਂ ਤਾਂ ਸਵੈਟਰ ਬੁਣ ਰਹੀ ਹੁੰਦੀ ਹੈ। ਤੇ ਸ਼ਾਮ ਨੂੰ ਮੁੰਡਾ ਜਦੋਂ ਕੰਮ ਤੋਂ ਵਾਪਸ ਆ ਰਿਹਾ ਹੁੰਦਾ ਹੈ, ਉਹ ਦੇਖਦਾ ਉਹੀ ਮਾਤਾ ਉੱਥੇ ਹੀ ਬੈਠੀ ਹੈ, ਫਿਰ ਸਵੈਟਰ ਬੁਣੀ ਜਾ ਰਹੀ ਹੈ। ਔਰ ਸਰਦੀਆਂ ਦੇ ਦਿਨ ਸੀ, ਔਰ ਸਰਦੀਆਂ ਦੇ ਦਿਨਾਂ ਦੇ ਵਿੱਚ ਠੰਡ ਵੀ ਬਾਹਲੀ ਹੋ ਚੁੱਕੀ ਸੀ, ਥੋੜੀ ਕੋਰਾ ਵੀ ਪੈ ਰਿਹਾ ਸੀ। ਮੁੰਡੇ ਤੋਂ ਰਿਹਾ ਨਹੀਂ ਗਿਆ, ਉਹ ਥੋੜਾ ਵਾਪਸ ਆਇਆ ਤੇ ਮਾਤਾ ਨੂੰ ਪੁੱਛਦਾ, ਬਜ਼ੁਰਗੋ ਵੀ ਮੈਂ ਤੁਹਾਨੂੰ ਸਵੇਰ ਦਾ ਦੇਖਿਆ, ਸਵੇਰੇ ਵੀ ਇੱਥੇ ਬੈਠੇ ਸੀ ਜਦੋਂ ਮੈਂ ਕੰਮ ਤੇ ਚੱਲਿਆ ਸੀ, ਤੇ ਹੁਣ ਜਦੋਂ ਮੈਂ ਵਾਪਸ ਆ ਰਿਹਾ ਤੁਸੀਂ ਹਲੇ ਵੀ ਇੱਥੇ ਹੀ ਬੈਠੇ ਹੋ, ਵੀ ਕੀ ਗੱਲ ਤੁਸੀਂ ਅੰਦਰ ਬੈਠੋ ਹਨਾ, ਜਾਂ ਤੁਸੀਂ ਕਿੱਥੋਂ ਦੇ ਹੋ ਹਨਾ। ਮਾਤਾ ਨੂੰ ਕਹਿੰਦੀ ਹੈ, ਪੁੱਤ ਵੀ ਮੇਰਾ ਨਾ ਅੱਜ 31 ਤਰੀਕ ਦਾ ਵਰਤ ਹੈ। ਮੁੰਡਾ ਹੈਰਾਨ ਹੋ ਜਾਂਦਾ ਵੀ 31 ਤਰੀਕ ਦਾ ਕਿਹੜਾ ਵਰਤ ਹੈ ਬਈ। ਹੋਰ ਬੜੇ ਵਰਤ ਸੁਣੇ, ਕਰਵਾ ਚੌਥ ਦਾ ਵਰਤ ਸੁਣਿਆ, ਜਾਂ ਹੋਰ ਜਿਹੜੇ ਹੁੰਦੇ ਨੇ ਵਰਤ ਹੁੰਦੇ ਨੇ ਮੈਂ ਬੜੇ ਸੁਣੇ ਨੇ, ਵੀ ਆ 31 ਤਰੀਕ ਵਾਲਾ ਵਰਤ ਮਾਤਾ ਕਿਹੜਾ ਹੈ, ਮੈਨੂੰ ਸਮਝ ਨਹੀਂ ਆਈ। ਉਹ ਬਿਠਾਉਂਦੀ ਹੈ ਮੁੰਡੇ ਨੂੰ ਨਾਲ। ਮਾਤਾ ਕਹਿੰਦੀ ਵੀ ਬੈਠ ਪੁੱਤ। ਕਹਿੰਦੀ ਹੈ ਵੀ ਮੇਰੇ 2 ਪੁੱਤਰ ਨੇ, ਆ ਸੱਜੇ ਪਾਸੇ ਜਿਹੜੀ ਕੋਠੀ ਹੈ ਇਹ ਮੁੰਡਾ ਮੇਰਾ ਬਹੁਤ ਵੱਡਾ ਡਾਕਟਰ ਹੈ, ਮਤਲਬ ਸੀਨੀਅਰ ਡਾਕਟਰ ਹੈ। ਤੇ ਜਿਹੜੀ ਆ ਖੱਬੇ ਪਾਸੇ ਮੇਰੀ ਕੋਠੀ ਹੈ ਇਹ ਮੇਰਾ ਪੁੱਤ ਕਹਿੰਦੀ ਹਾਈ ਕੋਰਟ ਦਾ ਜੱਜ ਲੱਗਿਆ ਹੋਇਆ। ਮੇਰੇ ਪੁੱਤ ਬਹੁਤ ਵੱਡੇ ਕਾਰੋਬਾਰੀ, ਮਤਲਬ ਬਹੁਤ ਆਮਦਨ ਹੈ ਉਹਨਾਂ ਨੂੰ, ਪਰਿਵਾਰ ਸੌਖੇ ਨੇ, ਬਹੁਤ ਵਧੀਆ ਨੇ, ਬਹੁਤ ਵੱਡੀ ਵੱਡੀ ਕੋਠੀਆਂ ਪਾ ਲਈਆਂ ਨੇ। ਤੇ ਕਹਿੰਦੀ ਪੁੱਤ ਹੁਣ ਜਦੋਂ ਇਹਨਾਂ ਦਾ ਬਾਪੂ ਪੂਰਾ ਹੋ ਗਿਆ ਸੀ, ਉਸ ਤੋਂ ਬਾਅਦ ਇਹਨਾਂ ਦੋਨਾਂ ਨੇ ਫੈਸਲਾ ਕੀਤਾ ਵੀ ਮਾਤਾ ਨੂੰ ਕੌਣ ਰੱਖੇਗਾ। ਤੇ ਮੇਰੇ ਕਹਿੰਦੇ ਦੋਨੋਂ ਪੁੱਤ ਇੰਨੇ ਚੰਗੇ ਨੇ, ਇਹਨਾਂ ਨੇ ਫੈਸਲਾ ਕਰ ਲਿਆ ਕਿ 1 ਮਹੀਨਾ ਮਾਤਾ ਮੈਂ ਰੱਖ ਲੂੰਗਾ ਔਰ ਅਗਲੇ ਮਹੀਨੇ ਮਾਤਾ ਇੱਧਰਲਾ ਰੱਖ ਲੂੰਗਾ। ਮਤਲਬ ਮਹੀਨਾ ਮਾਤਾ ਨੂੰ ਕਹਿੰਦਾ ਵੀ ਤੁਸੀਂ ਮਾਤਾ 1 ਮਹੀਨਾ ਇੱਧਰ ਰਹੂਗੀ, 1 ਮਹੀਨਾ ਇੱਧਰ ਰਹੂਗੀ। ਤੇ ਕਹਿੰਦੀ ਬੇਟੇ ਹੁਣ 1 ਮਹੀਨਾ ਮੈਨੂੰ ਡਾਕਟਰ ਰੱਖਦਾ ਹੈ ਤੇ 1 ਮਹੀਨਾ ਮੈਨੂੰ ਜੱਜ ਰੱਖਦਾ ਹੈ। ਪਰ ਕਹਿੰਦੀ ਜਿਹੜੇ ਮਹੀਨੇ ਕੋਈ 31 ਤਰੀਕ ਆ ਜਾਂਦੀ ਹੈ ਨਾ,
ਉਹ 31 ਤਰੀਕ ਨੂੰ ਮੈਨੂੰ ਕੋਈ ਨਹੀਂ ਰੱਖਦਾ ਤੇ ਕਹਿੰਦੀ ਅੱਜ ਅਕਤੂਬਰ ਦਾ ਮਹੀਨਾ 31 ਅਕਤੂਬਰ ਹੈ ਤੇ ਇਸ ਕਰਕੇ ਅੱਜ ਮੈਂ ਬਾਹਰ ਬੈਠੀ ਆ। ਕੱਲ ਸਵੇਰੇ ਮੇਰਾ ਪੁੱਤ ਜੱਜ ਆਏਗਾ ਤੇ ਮੈਨੂੰ ਲੈ ਜਾਏਗਾ ਤੇ ਕੋਈ ਗੱਲ ਨਹੀਂ, ਕਹਿੰਦੀ ਹੌਲੇ ਹੌਲੇ ਸਵੈਟਰ ਬੁਣ ਰਹੀ ਆਪਣੇ ਪੋਤੇ ਵਾਸਤੇ ਤੇ ਬੁਣਦੀ ਮੇਰੀ ਰਾਤ ਨਿਕਲ ਜਾਣੀ ਹੈ, ਮੈਂ ਸੋ ਜਾਣਾ ਤੇ ਸਵੇਰੇ ਪੁੱਤ ਕੋਲ ਚਲੀ ਜਾਣਾ। ਇਹ ਗੱਲ ਸੁਣ ਕੇ ਉਸ ਮੁੰਡੇ ਦੇ ਹੰਝੂ ਨਾ ਰੁਕੇ ਕਿ ਇੰਨੀ ਵੱਡੀਆਂ ਕੋਠੀਆਂ ਦੇ ਮਾਲਕ ਆਪਣੀ ਮਾਤਾ ਨੂੰ 31 ਦਾ ਵਰਤ ਰੱਖਣ ਤੇ ਮਜਬੂਰ ਕੀਤਾ ਉਹਨਾਂ ਨੇ। ਇੱਕ 30 ਦਿਨ ਤੇ ਇੱਕ ਦਿਨ ਜਿਹੜਾ ਵਾਂਝਾ ਰਹਿ ਗਿਆ। ਔਰ ਜਦੋਂ ਮੈਨੂੰ ਮੰਮੀ ਨੇ ਇਹ ਸਟੋਰੀ ਸੁਣਾਈ ਨਾ, ਮੇਰੇ ਲਿਟਰਲੀ ਹੰਝੂ ਵਗ ਗਏ, ਮੈਂ ਖੁਦ ਇਮੋਸ਼ਨਲ ਹੋ ਗਿਆ ਤੇ ਆਪਣੀ ਮੰਮੀ ਨੂੰ ਮੈਂ ਹੱਗ ਕਰ ਲਿਆ ਘੁੱਟ ਕੇ ਕਿ ਮੰਮੀ ਪਤਾ ਨਹੀਂ ਤੁਸੀਂ ਮੈਨੂੰ ਕਿਉਂ ਸੁਣਾਈ ਇਹ ਚੀਜ਼, ਹੈ ਨਾ। ਪਰ ਮੈਂ ਸੱਚੀ ਕਹਿਣਾ, ਜਿੰਨੇ ਵੀ ਮਾਂ-ਪਿਓ ਹੁੰਦੇ ਨੇ ਨਾ, ਮਾਂ-ਪਿਓ ਕਈ ਵਾਰ ਗੁੱਸੇ ਵਾਲੇ ਹੁੰਦੇ ਨੇ ਤੇ ਕਈ ਵਾਰ ਮਾਂ-ਪਿਓ ਬੜੇ ਸ਼ਰੀਫ ਹੁੰਦੇ ਨੇ। ਆਪਾਂ ਨੂੰ ਕਦੇ ਵੀ ਮਾਂ-ਪਿਓ ਦੇ ਸ਼ਰਾਫਤ ਦਾ ਫਾਇਦਾ ਨਹੀਂ ਚੱਕਣਾ ਚਾਹੀਦਾ ਤੇ ਨਾ ਹੀ ਮਾਂ-ਪਿਓ ਦੇ ਜਦੋਂ ਗੁੱਸਾ ਕਰਦੇ ਨੇ ਉਹਨਾਂ ਦੇ ਖਿਲਾਫ ਹੋਣਾ ਚਾਹੀਦਾ ਜਾਂ ਉਹਨਾਂ ਦੇ ਮਤਲਬ ਬਾਗੀ ਨਹੀਂ ਹੋਣਾ ਚਾਹੀਦਾ ਸਾਨੂੰ। ਤੇ ਇਹ ਸਟੋਰੀ ਹੈ, ਉਮੀਦ ਕਰਦਾ ਤੁਹਾਨੂੰ ਸਟੋਰੀ ਪਸੰਦ ਆਈ ਹੋਣੀ, ਹੈਨਾ। ਅੱਛੀ ਬਾਕੀ ਸੌਰੀ ਮੈਂ ਖਾਈ ਜਾ ਰਹੀ ਸੀ ਨਾ, ਖਾਣਾ ਵੀ ਜ਼ਰੂਰੀ ਹੈ ਕਿਉਂਕਿ ਅਸੀਂ ਹੁਣ ਗੁਰਦੁਆਰਾ ਸਾਹਿਬ ਜਾਣਾ ਨਾ, ਤਾਂ ਕਰਕੇ ਲੇਟ ਹੋ ਰਿਹਾ। ਮੇਰਾ ਪੂਰਾ ਹੀ ਪਿਆ ਹਲੇ ਗੁਰਦੁਆਰਾ ਸਾਹਿਬ ਜਾਣਾ, ਇਸ ਕਰਕੇ ਲੇਟ ਹੋ ਜਾਾਂਗੇ। ਇਸ ਕਰਕੇ ਨਾ ਫਟਾਫਟ ਖਾ ਲਿਆ। ਹੁਣ ਮੈਂ ਵੀ ਖਾ ਲਾਂ ਫਟਾਫਟ। 7 ਵਜੇ ਅਸੀਂ ਨਿਕਲਣਾ ਹੈ ਤੇ 7 ਵਜੇ ਨੂੰ ਸਿਰਫ 5 ਮਿੰਟ ਰਹਿ ਗਏ ਨੇ, ਠੀਕ ਹੈ। ਬਾਕੀ ਇਹ ਸਾਡਾ ਡਿਨਰ ਆਉਣਾ ਹੈ, ਇਹ ਡਿਨਰ ਹੈ, ਬਸ ਆਹੀ ਸਾਡਾ ਡਿਨਰ ਹੈ, ਖਤਮ। ਇਸ ਤੋਂ ਬਾਅਦ ਕੁਝ ਨਹੀਂ ਖਾਣਾ। ਉਮੀਦ ਕਰਦਾ ਤੁਹਾਨੂੰ ਸਾਰਾ ਅੱਜ ਦਾ ਵਲੋਗ ਬਹੁਤ ਪਸੰਦ ਆਇਆ ਹੋਵੇਗਾ। ਤੁਸੀਂ ਪਿਛਲੇ ਵਲੋਗਸ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ, ਕਮੈਂਟਸ ਪਿਆਰੇ ਕਰਦੇ ਹੋ, ਉਹਦੇ ਲਈ ਦਿਲੋਂ ਧੰਨਵਾਦ। ਲੇਕਿਨ ਆਪਾਂ YouTube ਦੇ ਚੱਕਰ 'ਚ ਨਾ ਬੈਂਕ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਅੱਜ 17 ਸੈਕਟਰ ਵਾਲੀ ਮੇਨ ਬ੍ਰਾਂਚ 'ਚ ਮੈਂ 2-3 ਗੱਲਾਂ ਕੀਤੀਆਂ ਸਿਆਣੀਆਂ ਦੀਆਂ, ਉਹ ਮੈਨੇਜਰ ਡਰ ਗਿਆ। ਕਹਿੰਦਾ ਕੋਈ ਗੱਲ ਨਹੀਂ ਸਰ, ਮੈਂ ਪਰਸਨਲੀ ਇਹਦੇ ਵਿੱਚ ਜਾਣਾ, ਤੁਹਾਨੂੰ ਸਵੇਰੇ ਰਿਪੋਰਟ ਦੇਣਾ ਇਸ ਦੀ 100% ਸਵੇਰੇ। ਕਹਿੰਦਾ ਤੁਹਾਨੂੰ 10:30 ਵਜੇ ਤੱਕ ਰਿਪੋਰਟ ਦੇ ਦੇਣੀ ਹੈ ਮੈਂ, ਜੋ ਵੀ ਫਾਈਨਲ ਹੈ, ਜੋ ਵੀ ਕੀ ਹੋਇਆ ਕੀ ਨਹੀਂ। ਹੁਣ ਸਵੇਰੇ 10:30 ਵਜੇ ਤੱਕ ਰਿਪੋਰਟ ਮਿਲ ਜਾਣੀ ਹੈ। ਜੋ ਵੀ ਹੋਏਗਾ ਠੀਕ ਹੀ ਹੋਣਾ। ਪਰਮਾਤਮਾ ਕਹਿੰਦੇ ਨਾ, ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦੇ ਆਪਾਂ, ਤਾਂ ਉਹ ਪਰਮਾਤਮਾ ਨੇ ਸਭ ਸਹੀ ਕਰਨਾ ਹੈ ਤੇ ਉਮੀਦ ਹੈ ਜੋ ਵੀ ਪਰਮਾਤਮਾ ਨੇ ਸਾਡੇ ਲੇਖਾਂ 'ਚ ਲਿਖਿਆ ਉਹ ਸਵੇਰੇ ਹੋਏਗਾ। ਚਲੋ ਮਿਲਦੇ ਆ ਸਵੇਰੇ ਕੱਲ੍ਹ ਇੱਕ ਨਵੇਂ ਵਲੋਗ ਦੇ ਵਿੱਚ। ਉਦੋਂ ਤੱਕ ਦਿਓ ਇਜਾਜ਼ਤ, ਬਾਏ ਬਾਏ।